Hello everyone, this is RN Sakshi. Welcome back to my channel. So ਅੱਜ ਦੀ ਜਿਹੜੀ ਵੀਡੀਓ ਆਪਣੀ ਉਹ ਪੰਜਾਬੀ ਚ ਆਪਾਂ ਬਣਾਵਾਂਗੇ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਫਰੈਂਡਸ ਨੇ ਨਰਸ ਸਟੂਡੈਂਟਸ ਨੇ ਮੈਨੂੰ ਕੰਸਰਨ ਰੱਖਿਆ ਕਿ ਤੁਸੀਂ ਇੱਕ ਵੀਡੀਓ ਪੰਜਾਬੀ ਦੇ ਵਿੱਚ ਬਣਾਓ। ਸੋ ਅੱਜ ਆਪਾਂ ਉਹੀ ਫਿਰ ਸੇਮ ਟੌਪਿਕ ਬਾਰੇ ਗੱਲ ਕਰਨੀ ਆ ਵਿਚ ਇਜ਼ NCLEX ਕੰਟੈਂਟ ਏਰੀਆਜ਼ ਕਿ ਕਿਹੜੇ ਉਹਨਾਂ ਦੇ ਵਿੱਚ ਫੈਕਟਰਸ ਨੇ ਕਿਹੜੇ ਉਹ ਐਲੀਮੈਂਟਸ ਹੈਗੇ ਨੇ ਜੋ NCLEX ਨੂੰ ਕਲੀਅਰ ਕਰਨ ਲਈ ਆਪਾਂ ਨੂੰ ਇੱਕ ਅੰਡਰਸਟੈਂਡੇਬਲ ਥਿੰਕਿੰਗ ਚਾਹੀਦੀ ਆ ਕਿ ਐਕਚੁਅਲ ਚ ਕਿਹੜੇ ਫੈਕਟਰਸ ਨੇ ਤੇ ਕੀ ਉਹਨਾਂ ਦੇ ਵਿੱਚ ਕਿਹੜੇ ਕੰਟੈਂਟ ਟੌਪਿਕਸ ਕਵਰ ਹੁੰਦੇ ਆ ਤੇ ਉਹਨਾਂ ਦੇ ਬੇਸ ਤੇ ਆਪਾਂ ਕਿਵੇਂ ਕੁਐਸਚਨਸ ਨੂੰ ਅਟੈਂਪਟ ਕਰਨਾ ਆ। ਸੋ ਇਹ ਬਿਲਕੁਲ ਸਟਾਰਟਿੰਗ ਆ, ਵੈਰੀ ਬਿਗਿਨਿੰਗ ਆ। ਜਿੱਦਾਂ ਹੌਲੀ ਸਿਲੇਬਸ ਪ੍ਰੋਗਰੈਸ ਹੁੰਦਾ ਜਾਊਗਾ ਤੁਹਾਡੀ ਆਈਡੀਓਲੋਜੀ ਤੁਹਾਡੇ ਫੈਕਟਸ ਹੋਰ ਕਲੀਅਰ ਹੁੰਦੇ ਜਾਣਗੇ। ਸੋ ਲੈਟਸ ਗੈਟ ਸਟਾਰਟਡ ਅਬਾਊਟ ਦ ਟੁਡੇਜ਼ ਵੀਡੀਓ। ਸੋ ਅੱਜ ਦਾ ਟੌਪਿਕ ਹੈਗਾ ਆ ਹੈਲਥ ਪ੍ਰੋਮੋਸ਼ਨ ਐਂਡ ਮੇਨਟੇਨੈਂਸ। ਸੋ ਆਪਣੇ ਕੋਲੇ ਇਹ 4 ਫੈਕਟਰ ਸੀਗੇ ਜਿਹਦੇ ਵਿੱਚ ਆਪਾਂ ਮੈਨੇਜਮੈਂਟ ਆਫ ਕੇਅਰ ਕਵਰ ਕਰ ਲਿਆ, ਸੇਫਟੀ ਐਂਡ ਇਨਫੈਕਸ਼ਨ ਕੰਟਰੋਲ ਵੀ ਕਰ ਲਿਆ ਐਂਡ ਅੱਜ ਆਪਾਂ ਕਰਾਂਗੇ ਹੈਲਥ ਪ੍ਰੋਮੋਸ਼ਨ ਐਂਡ ਮੇਨਟੇਨੈਂਸ ਜੋ ਕਿ ਬਹੁਤ ਹੀ ਇੱਕ ਇੰਟਰਸਟਿੰਗ ਟੌਪਿਕ ਆ ਤੇ ਇਹਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਈ ਇੱਦਾਂ ਦੇ ਟੌਪਿਕਸ ਹੈਗੇ ਨੇ ਜੋ ਆਪਾਂ ਨੂੰ ਕਈ ਵਾਰੀ ਈਜ਼ੀ ਹੁੰਦੇ ਨੇ ਪਰ ਕਈ ਵਾਰੀ ਟ੍ਰਿਕੀ ਵੀ ਆ ਸਕਦੇ ਆ ਐਗਜ਼ਾਮ ਦੇ ਵਿੱਚ। ਸੋ ਹੈਲਥ ਪ੍ਰੋਮੋਸ਼ਨ ਐਂਡ ਮੇਨਟੇਨੈਂਸ ਜਿਹੜਾ ਆ 6 to 12% ਆਫ ਕੰਟੈਂਟ ਏਰੀਆ ਕਵਰ ਕਰਦਾ ਆ। ਉਹਦੇ ਚ ਹੁੰਦਾ ਕੀ ਹੈ? The nurse directs and provides care to the client that incorporates the knowledge of expected growth and development principles. So growth and development principles ਆਪਾਂ pediatrics ਚ ਵੀ ਪੜ੍ਹਦੇ ਸੀਗੇ ਕਿ milestones ਕਿਵੇਂ ਆਪਾਂ ਹਰ ਇੱਕ pediatric population ਦੇ ਕਿਵੇਂ ਦੇਖਣੇ ਆ from birth to old age ਤੱਕ। ਸੋ ਇਦਾਂ ਦੀਆਂ ਕੁਝ ਟੈਕਨੀਕਸ ਇਹਦੇ ਵਿੱਚ ਹੈਗੀਆਂ ਨੇ ਕਿਵੇਂ ਆਪਾਂ ਉਹਨਾਂ ਨੂੰ ਕਰੈਕ ਕਰਨਾ। there are some tricks ਕਿ ਆਪਾਂ ਕਿਵੇਂ ਕਿਉਂਕਿ ਆਪਾਂ ਹਰ ਇੱਕ ਮਾਈਲਸਟੋਨਸ ਇੰਨੀ ਕਲੀਅਰਲੀ ਐਨੀ ਡਿਟੇਲ ਦੇ ਵਿੱਚ ਨਹੀਂ ਪੜ੍ਹ ਸਕਦੇ। ਸੋ ਉਹਦੀ ਟ੍ਰਿਕਸ ਹੁੰਦੀਆਂ ਨੇ ਜਦੋਂ ਆਪਾਂ ਅੱਗੇ ਪੀਡੀਆਟ੍ਰਿਕਸ ਸਟੱਡੀ ਕਰਾਂਗੇ। ਨੈਕਸਟ ਇਜ਼ ਪ੍ਰੀਵੈਂਸ਼ਨ ਐਂਡ ਅਰਲੀ ਡਿਟੈਕਸ਼ਨ ਆਫ ਹੈਲਥ ਪ੍ਰੋਬਲਮਸ। ਆਪਾਂ ਆਲਰੇਡੀ ਕਮਿਊਨਿਟੀ ਦੇ ਵਿੱਚ ਨਰਸਿੰਗ 'ਚ ਪੜ੍ਹਿਆ ਹੋਇਆ ਸੀਗਾ ਵਾਟ ਇਜ਼ ਪ੍ਰਾਇਮਰੀ ਪ੍ਰੀਵੈਂਸ਼ਨ, ਸੈਕੰਡਰੀ ਪ੍ਰੀਵੈਂਸ਼ਨ, ਟਰਸ਼ਰੀ ਪ੍ਰੀਵੈਂਸ਼ਨ। ਸੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੁੰਦੀਆਂ ਨੇ ਤੇ ਉਹਨਾਂ ਦੇ ਬੇਸ 'ਤੇ ਆਪਾਂ ਨੂੰ NCLEX ਦੇ ਵਿੱਚ ਕੁਐਸਚਨਸ ਆਉਂਦੇ ਨੇ। The other thing is strategies to achieve optimal health. Optimal health means comprehensively ਆਪਾਂ patient ਦੀ ਉਹਨਾਂ ਦੀ family ਦੀ ਕਿਵੇਂ ਇੱਕ optimal health level ਜਿਹੜਾ maintain ਕਰਕੇ ਰੱਖਣਾ ਆ। ਸੋ ਫਰਸਟ ਇਹਦੇ ਵਿੱਚ ਫੈਕਟਰ ਆ ਜਾਂਦਾ aging process. ਸੋ nurses ਦਾ ਕੀ ਰੋਲ ਆ ਉਹਦੇ ਵਿੱਚ ਕਿ assess the client reactions to expected age related changes. ਬਰਥ ਟੂ ਓਲਡ ਏਜ ਤੱਕ ਜਿਹੜੇ ਏਜ ਰਿਲੇਟਡ ਚੇਂਜਸ ਹੁੰਦੇ ਨੇ। ਫੋਰ ਐਗਜ਼ਾਮਪਲ ਜਿਵੇਂ ਕਿ ਓਲਡ ਏਜ ਪੋਪੂਲੇਸ਼ਨ ਦੇ ਵਿੱਚ ਜਿਹਨੂੰ ਆਪਾਂ ਜਰੀਐਟ੍ਰਿਕ ਕਹਿ ਦਿੰਦੇ ਆ ਉਹਨਾਂ ਦੇ ਵਿੱਚ ਮੋਸਟਲੀ ਪ੍ਰੈਸਬਾਇਟਿਸ ਦੀ ਪ੍ਰੋਬਲਮ ਆ। ਸੋ ਦੈਟਸ ਦ ਥਿੰਗ ਕਿ ਕਿਵੇਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਰਥ ਵਾਲੇ ਫੇਜ਼ ਦੇ ਵਿੱਚ ਬੱਚੇ ਦੇ ਵਿੱਚ ਕੀ ਚੇਂਜਸ ਆਉਂਦੇ ਨੇ ਕੀ ਉਹਨਾਂ ਦੀ ਗਰੋਥ ਹੈ। ਸੋ ਆਪਾਂ ਕਈ ਥਿਓਰੀਜ਼ ਪੜ੍ਹਦੇ ਆ ਜਿਵੇਂ ਕਿ ਐਰਿਕਸਨਸ ਥਿਓਰੀ ਪੜ੍ਹਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਸ ਕੰਪੋਨੈਂਟ ਦੇ ਅੰਡਰ ਲਾਈ ਕਰਦੀਆਂ ਨੇ ਜਦੋਂ ਤੁਹਾਨੂੰ NCLEX ਦੇ ਵਿੱਚ ਕੁਐਸਚਨਸ ਡਿਜ਼ਾਈਨ ਹੁੰਦੇ ਨੇ ਇਟ ਲਾਈਜ਼ ਅੰਡਰ ਦਿਸ ਕੈਟੇਗਰੀ। ਸੋ ਜਦੋਂ ਤੁਹਾਡਾ ਰਿਜ਼ਲਟ ਆਊਗਾ ਬਣ ਕੇ ਤੁਹਾਨੂੰ ਦੱਸਣਗੇ ਕਿ ਤੁਸੀਂ ਇਹਦੇ ਵਿੱਚ ਕਿੰਨਾ ਜ਼ਿਆਦਾ ਤੁਸੀਂ ਇਹਦੇ ਵਿੱਚ ਕੰਟਰੀਬਿਊਟ ਕੀਤਾ। ਨੈਕਸਟ ਇਜ਼ ਐਂਟੀ ਇੰਟਰਾ ਐਂਡ ਪੋਸਟਮਾਰਟਮ ਪੀਰੀਅਡ ਜਿਹਦੇ ਵਿੱਚ ਆ ਜਾਂਦਾ we have to calculate the delivery date which is expected date of delivery. Then is fetal heart rate monitoring, newborn care, feeding patterns and discharge instructions. ਜਦੋਂ ਆਪਾਂ ਪੋਸਟਮਾਰਟਮ ਤੋਂ ਬਾਅਦ ਆਪਾਂ ਲੇਡੀ ਨੂੰ ਮਦਰ ਨੂੰ ਆਪਾਂ ਬੇਬੀ ਦੀ ਪੂਰੀ ਆਪਟੀਮਲ ਲੈਵਲ ਆਫ ਹੈਲਥ ਦੇਖ ਕੇ ਉਹਨਾਂ ਨੂੰ ਡਿਸਚਾਰਜ ਇੰਸਟਰਕਸ਼ਨਸ ਦੇਣੀਆਂ ਹੁੰਦੀਆਂ ਨੇ ਉਹ ਵੀ RN ਦਾ ਕੰਮ ਹੈ। ਸੋ ਇਹ ਸਾਰੀਆਂ ਚੀਜ਼ਾਂ ਇਸ ਬੇਸ ਤੇ ਕੁਐਸਚਨਸ ਉੱਥੇ ਡਿਜ਼ਾਈਨ ਹੁੰਦੇ ਨੇ। ਤੁਹਾਨੂੰ ਸਟ੍ਰੇਟ ਫਾਰਵਰਡਲੀ ਕੁਝ ਵੀ ਨਹੀਂ ਦਿੱਤਾ ਜਾਊਗਾ, ਬਹੁਤ ਘੁਮਾ ਫਿਰਾ ਕੇ ਚੀਜ਼ਾਂ ਆਉਂਦੀਆਂ ਨੇ ਜਿਹਦੇ ਕਰਕੇ ਆਪਾਂ ਨੂੰ ਥੋਰੋ ਟੌਪਿਕ ਬਾਰੇ ਨੌਲੇਜ ਹੋਣੀ ਚਾਹੀਦੀ ਆ। ਰੱਟਾਫਿਕੇਸ਼ਨ ਇੱਥੇ ਕੰਮ ਨਹੀਂ ਆਉਂਦੀ। ਅਦਰ ਥਿੰਗ ਇਜ਼ ਡਿਵੈਲਪਮੈਂਟਲ ਸਟ੍ਰੈਟਜੀਜ਼ ਐਂਡ ਟ੍ਰਾਂਜੀਸ਼ਨਸ। ਇਹਦੇ ਵਿੱਚ ਆਪਾਂ ਦੇਖਦੇ ਹਾਂ ਨਿਊਬੋਰਨ ਦੀ ਅਟੈਚਮੈਂਟ। ਕਈ ਫੇਜ਼ਸ ਆਉਂਦੇ ਨੇ ਜਦੋਂ ਮਦਰ ਬਹੁਤ ਜ਼ਿਆਦਾ ਤੰਗ ਹੋ ਜਾਂਦੇ ਨੇ ਕਿਉਂਕਿ ਉਹਨਾਂ ਲਈ ਫਰਸਟ ਇਹ ਨਿਊ ਫੇਜ਼ ਹੁੰਦਾ ਉਹਨਾਂ ਲਈ ਵੀ। ਸੋ ਸਾਰੀਆਂ ਚੀਜ਼ਾਂ ਦੇ ਉੱਪਰ ਕੁਐਸਚਨ ਆਉਂਦਾ। Other is parenting, puberty, retirement, developmental stages, milestones ਮੈਂ already ਇਹਦੇ ਬਾਰੇ ਗੱਲ ਕੀਤੀ ਹੈ। So health promotion and disease prevention, weight control। ਕਈ ਵਾਰੀ NCLEX ਵਿੱਚ questions ਆ ਜਾਂਦੇ ਨੇ ਕਿ ਤੁਸੀਂ ਇੱਕ community health center ਦੇ ਵਿੱਚ ਹੈਲਥ ਐਜੂਕੇਸ਼ਨ ਦੇ ਰਹੇ ਹੋ। ਸੋ ਕਿਹੜੀਆਂ ਤੁਸੀਂ ਐਜੂਕੇਸ਼ਨ ਦਓਗੇ ਪੇਸ਼ੈਂਟ ਨੂੰ ਜਾਂ ਪੂਰੇ ਗਰੁੱਪ ਨੂੰ ਜਿਹਦੇ ਨਾਲ ਉਹ ਵੇਟ ਕੰਟਰੋਲ ਕਰਨ। ਵੇਟ ਕੰਟਰੋਲ ਦੇ ਕੀ ਫਾਇਦੇ ਨੇ, ਹਾਰਟ ਅਟੈਕ, ਓਬੇਸਿਟੀ, ਇਹ ਸਾਰੀਆਂ ਚੀਜ਼ਾਂ ਨੂੰ ਕਿ ਅੱਗੇ ਆਪਾਂ ਨੂੰ ਨਾ ਡਿਜ਼ਾਸਟਰਸ ਆਪਣੀ ਹੈਲਥ ਨੂੰ ਹੋਰ ਬਣਾ ਸਕੀਏ। ਸੋ ਕਈ ਕੈਂਪੇਨਸ ਲੱਗਦੇ ਨੇ, ਨਰਸ ਉੱਥੇ ਕੈਂਪੇਨਸ 'ਚ ਜਾ ਰਹੀ ਹੈ। ਸੋ ਇਸ ਤਰੀਕੇ ਦੇ ਨਾਲ ਉੱਥੇ NCLEX ਦੇ ਵਿੱਚ ਕੁਐਸਚਨਸ ਡਿਜ਼ਾਈਨਸ ਹੋ ਕੇ ਆਉਂਦੇ ਨੇ। ਅਦਰ ਇਜ਼ ਕਮਿਊਨਿਟੀ ਹੈਲਥ, ਸਮੋਕਿੰਗ, ਐਲਕੋਹਲ, ਸਿਜ਼ੇਸ਼ਨ, ਐਕਸਰਸਾਈਜ਼ ਫॉर ਆਪਟੀਮਲ ਲੈਵਲ ਆਫ ਹੈਲਥ।
ਇਹ ਦੇਖਣ ਨੂੰ ਜ਼ਰੂਰ ਲੱਗ ਰਿਹਾ ਕਿ ਦੇ ਆਰ ਸਿੰਪਲ, ਬਟ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਇੱਕ ਵਾਸਟ ਸਟੱਡੀ ਕਰਨੀ ਪੈਂਦੀ ਹੈ ਕਿ ਇੱਕ ਆਪਣਾ ਕਨਸੈਪਟ ਨੂੰ ਕਲੀਅਰ ਕਰਨ ਲਈ, ਕਿਉਂਕਿ ਕੁਐਸਚਨਸ ਕਈ ਵਾਰੀ ਟ੍ਰਿਕੀ ਵੇ ਦੇ ਵਿੱਚ ਤੁਹਾਨੂੰ ਕੁਐਸਚਨ ਮਿਲਦੇ ਨੇ। ਨੈਕਸਟ ਇਜ਼ ਹੈਲਥ ਸਕਰੀਨਿੰਗ, ਜਿਹਦੇ ਵਿੱਚ ਵਿਜ਼ਨ, ਨਿਊਟ੍ਰੀਸ਼ਨ, ਡਿਪਰੈਸ਼ਨ ਬਾਰੇ ਵੀ ਟੌਪਿਕਸ ਕਵਰ ਹੁੰਦੇ ਨੇ। ਦੈਨ ਵੀ ਹੈਵ ਇਜ਼ ਹਾਈ ਰਿਸਕ ਬਿਹੇਵੀਅਰਸ, ਫॉर ਐਗਜ਼ਾਮਪਲ ਐਕਸੈਸਿਵ ਸਨ ਐਕਸਪੋਜ਼ਰਸ। ਇੱਥੇ ਆਪਾਂ ਸਨਸਕ੍ਰੀਨਸ ਲਈ ਉਹਨਾਂ ਨੂੰ ਕਰਦੇ ਹਾਂ ਕਿ 30 SPF ਦੀ, 50 SPF ਦੀ ਕਿੰਨਾ ਲਈ ਫਾਇਦੇਮੰਦ ਹੈ, ਕਿੰਨਾ ਲਈ ਨਹੀਂ ਹੈ। ਸੋ ਇਦਾਂ ਦੀਆਂ ਚੀਜ਼ਾਂ। ਲੈਕ ਆਫ ਰੈਗੂਲਰ ਐਕਸਰਸਾਈਜ਼ਸ, ਲਾਈਫਸਟਾਈਲ ਚੋਇਸਿਸ ਲਾਈਕ ਫੈਮਿਲੀ ਪਲੈਨਿੰਗ, ਕੰਟਰਾਸੈਪਸ਼ਨ, menopause, importance, massage therapy, acupuncture, herbal and mineral therapies। For example, ਹੁਣ ਇੱਕ ਕਲਾਇੰਟ ਹੈ, ਉਹ ਹਰਬਲ ਮੈਡੀਸਨ ਲੈਣਾ ਚਾਹੁੰਦਾ ਹੈ, ਸੋ ਆਪਾਂ ਇੱਥੇ ਇੱਦਾਂ ਨਹੀਂ ਕਹਿ ਸਕਦੇ ਕਿ ਯੂ ਸ਼ੋਰ ਤੁਸੀਂ ਲੈ ਸਕਦੇ ਹੋ ਉਹ। ਸੋ ਆਪਾਂ ਉਹਦੇ ਵਿੱਚ ਹੈਲਥ ਐਜੂਕੇਸ਼ਨ ਦਿੰਦੇ ਹਾਂ ਕਿ ਤੁਸੀਂ ਕਿਹੜੀ ਹਰਬਲ ਮੈਡੀਸਨ ਲੈ ਰਹੇ ਹੋ, ਉਹਨਾਂ ਦੀ ਕਰੰਟ ਮੈਡੀਕੇਸ਼ਨਸ ਕੀ ਚੱਲ ਰਹੀਆਂ ਨੇ, ਉਹਨਾਂ ਦੀ ਹਿਸਟਰੀ ਕੀ ਹੈ। ਆਪਾਂ ਡਾਕਟਰ ਨਾਲ ਉਹਨਾਂ ਨੂੰ ਕੰਸਲਟ ਕਰਨ ਲਈ ਕਹਿੰਦੇ ਹਾਂ। ਕੁਝ ਇਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਆਪਾਂ ਨੂੰ ਕਲੈਕਸ। ਨੈਕਸਟ ਇਜ਼ ਸੈਲਫ ਕੇਅਰ, ਸੋ ਮੈਨੇਜ ਕੇਅਰ ਇਨ ਹੋਮ ਐਂਡ ਰੈਗੂਲਰ ਸੈਲਫ ਕੇਅਰ ਟੈਕਨੀਕਸ ਆਫ ਹੈਲਥ ਅਸੈਸਮੈਂਟ, ਲਾਈਕ ਕੰਪਰੀਹੈਂਸਿਵ ਹੈਲਥ ਅਸੈਸਮੈਂਟ ਪਰਫਾਰਮ ਕਰਨੀਆਂ ਆਉਣੀਆਂ ਚਾਹੀਦੀਆਂ ਨੇ ਆਰਐਨ ਨੂੰ। ਏਜ ਆਫ ਦੀ ਕਲਾਇੰਟ ਦੇ ਅਕੋਰਡਿੰਗ ਉਹਨਾਂ ਦੇ ਵਾਈਟਲ ਸਾਈਨਸ ਲੈਣੇ, ਸਾਈਕੋਮੋਟਰ ਸਕਿੱਲਸ ਫॉर ਕੋਗਨੀਸ਼ਨ, ਆਫ ਕੋਰਸ GCS ਵਿਚ ਇਜ਼ ਗਲਾਸਗੋ ਕਾਮਾ ਸਕੇਲ, ਇਹਦੇ ਤੇ ਵੀ ਤੁਹਾਨੂੰ ਕੁਐਸਚਨਸ ਆਉਂਦੇ ਨੇ। ਸੋ ਇਹ ਸਾਰੀਆਂ ਟੌਪਿਕਸ ਜਿਹੜੇ ਇਦਾਂ ਦੇ ਨੇ ਕਿ ਜਿਹਦੇ ਵਿੱਚ ਆਪਾਂ ਹੈਲਥ ਨੂੰ ਪ੍ਰਮੋਟ ਕਰ ਰਹੇ ਹਾਂ, ਉਹਨਾਂ ਦੀ ਹੈਲਥ ਨੂੰ ਮੇਨਟੇਨ ਕਰ ਰਹੇ ਹਾਂ, ਸੋ ਦੈਟ ਉਹ ਇੱਕ ਅੱਛੀ ਲਾਈਫ, ਇੱਕ ਅੱਛੀ ਹੈਲਥ ਦੇ ਨਾਲ ਰਹਿ ਸਕਣ। ਸੋ ਟੌਪਿਕਸ ਬਿਲਕੁਲ ਸਿੰਪਲ ਲੱਗਦੇ ਨੇ, ਬਟ ਵੀ ਆਪਾਂ ਨੂੰ ਆਪਣੇ ਕਨਸੈਪਟਸ ਜਿਹੜੇ ਨੇ ਉਹ ਕਲੀਅਰ ਰੱਖਣੇ ਚਾਹੀਦੇ ਆ। ਸੋ ਨਾਓ ਇਹਨੂੰ ਹੀ ਆਪਾਂ ਜੇ ਧਿਆਨ 'ਚ ਰੱਖੀਏ, ਸੋ ਆਈ ਹੈਵ ਵਨ ਕੁਐਸਚਨ ਵਿਚ ਇਜ਼ ਸਿੰਪਲ ਆਈਟਮ, ਆਪਾਂ ਉਹਨੂੰ ਪ੍ਰੈਕਟਿਸ ਕਰ ਸਕਦੇ ਹਾਂ। ਸੋ ਕੁਐਸਚਨ ਸੇਜ਼, nurses teaching group of clients in community health fair about risk factors of developing cancer. So the nurse should recognize highest risk is for the person। ਆਪਾਂ ਹੁਣ ਇਹਦੇ ਵਿੱਚ ਲੱਭਣਾ ਹੈ ਕਿ ਸਭ ਤੋਂ ਜ਼ਿਆਦਾ highest risk ਤੇ ਕੌਣ ਹੈ। So ਸਭ ਤੋਂ ਪਹਿਲਾ ਆਪਸ਼ਨ ਹੈ 30 year old who consumes selenium rich diet and history of ovarian cyst। ਸੋ ਸਟੇਟਮੈਂਟ ਨੂੰ ਧਿਆਨ ਨਾਲ ਪੜੋ। ਸਿਲੇਨੀਅਮ ਰਿਚ ਡਾਈਟ, ਸਿਲੇਨੀਅਮ ਕਾਹਦੇ ਲਈ ਯੂਜ਼ ਹੁੰਦਾ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਸੋ ਇਹ ਆਪਾਂ ਚੀਜ਼ਾਂ ਨਿਊਟ੍ਰੀਸ਼ਨ ਦੇ ਵਿੱਚ ਪੜਾਂਗੇ ਜਦੋਂ ਇੱਕ ਸੈਪਰੇਟ ਆਪਣੇ ਕੋਲ ਮੋਡਿਊਲ ਬਣਦਾ ਹੈ। ਸੋ ਸਿਲੇਨੀਅਮ ਹੁੰਦਾ ਹੈ ਫॉर ਐਗਜ਼ਾਮਪਲ ਆਪਣੀ ਇਮਿਊਨਿਟੀ ਨੂੰ ਬੂਸਟ ਕਰਨ ਲਈ, ਕੈਂਸਰ ਨੂੰ ਪ੍ਰੀਵੈਂਟ ਕਰਨ ਲਈ, ਕਿਉਂਕਿ ਉਹਦੇ 'ਚ ਐਂਟੀਆਕਸੀਡੈਂਟਸ ਹੁੰਦੇ ਨੇ। ਸੋ ਹੇਅਰ ਇਜ਼ ਦ ਹਿੰਟ, ਸਿਲੇਨੀਅਮ ਕੈਂਸਰ ਨੂੰ ਪ੍ਰੀਵੈਂਟ ਕਰਨ ਲਈ, ਐਂਡ 30 year old ਉਹ ਰੋਜ਼ ਕੰਜ਼ਿਊਮ ਕਰ ਰਹੀ ਹੈ। ਸੋ ਇਹਨੂੰ ਆਪਾਂ ਕਿਵੇਂ ਯਾਦ ਰੱਖ ਸਕਦੇ ਹਾਂ, ਮੈਂ ਐਕਰੋਨਿਮ ਬਣਾਇਆ ਇਹਦੇ ਲਈ, ਫॉर ਐਗਜ਼ਾਮਪਲ BOSS। So B for Brazil nuts ਚ ਹੁੰਦਾ selenium, and then O for oatmeal ਚ ਹੁੰਦਾ selenium, then S for ਜਿਹਦੇ ਵਿੱਚ ਜਿਵੇਂ ਕਿ sunflower seeds, ਜਿੰਨੇ ਵੀ ਆਪਣੇ seeds ਨੇ, pumpkin seeds ਹੋ ਗਏ, sunflower seeds ਹੋ ਗਏ, ਇਹਨਾਂ ਸਾਰਿਆਂ ਚ ਹੁੰਦਾ ਹੈ। Other thing is ਜਿਵੇਂ ਕਿ ਤੁਸੀਂ ਕਹਿ ਲਓ spinach, ਹਰੀਆਂ ਸਬਜ਼ੀਆਂ। Of course we know that ਆਪਾਂ ਹਰੀਆਂ ਸਬਜ਼ੀਆਂ ਨੂੰ cruciferous ਵੀ ਕਹਿੰਦੇ ਹਾਂ, cruciferous vegetables ਔਰ cruciferous fruits ਜਿਹੜੇ ਹਰੇ ਹੁੰਦੇ ਨੇ। ਸੋ ਇਹ ਵੀ ਇੱਕ ਟਰਮ ਆ ਜਾਂਦੀ ਹੈ ਅਨਕਲੈਕਸ ਦੇ ਵਿੱਚ, ਜੋ ਕਿ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ। ਸੋ ਇਹ ਇੱਕ ਰੋਨੀਅਮ ਹੈ। ਸੋ ਇਹ ਆਪਸ਼ਨ like she is consuming selenium regularly। so selenium ਹੁੰਦਾ ਕੈਂਸਰ ਨੂੰ ਪ੍ਰੀਵੈਂਟ ਕਰਨ ਲਈ, because of antioxidants properties ਹੁੰਦੀਆਂ ਨੇ। so I don't think so don't worry about history of ovarian cyst, okay, but right now ਉਹ selenium ਲੈ ਰਹੇ ਨੇ। so history of ovarian cyst ਦੇ ਨਾਲ ਤੁਸੀਂ confuse ਬਿਲਕੁਲ ਨਹੀਂ ਹੋਣਾ, because ovarian cyst ਇੰਨਾ ਕੋਈ ਖਾਸ ਇਹਦੇ ਵਿੱਚ ਉਹ ਡਿਟੈਕਸ਼ਨ ਨਹੀਂ ਕਰਦਾ ਕਿ ਆਪਾਂ ਨੂੰ ਕੈਂਸਰ ਉਹਦੇ ਨਾਲ ਹੋਣ ਦੇ ਚਾਂਸਸ ਨੇ। ਇਟ ਕੈਨ ਬੀ, ਆਪਾਂ ਸਾਈਡ ਤੇ ਨੂੰ ਰੱਖ ਸਕਦੇ ਹਾਂ, ਬਟ ਫਿਲਹਾਲ ਆਪਾਂ ਜੇ ਆਹ ਸਟੇਟਮੈਂਟ ਪੜ੍ਹੀਏ ਉਹ ਥੋੜਾ ਓਵਰ ਕਾਊਂਟ ਹੋ ਜਾਂਦਾ ਹੈ। Other thing is 48 year old who takes 2 to 3 cups of coffee and have history of fibrocystic breast condition। so fibrocystic breast condition common ਹੁੰਦੀ ਹੈ guys, ਆਪਾਂ ਨੂੰ ਪਤਾ ਹੋਣਾ ਚਾਹੀਦਾ। for example ਕਈ ਵਾਰੀ ਕੁੜੀ ਨੂੰ periods ਤੋਂ ਪਹਿਲਾਂ ਆਪਣੇ ਬਿਲਕੁਲ breast ਦੇ left side ਤੇ ਆਪਾਂ ਨੂੰ pain ਹੁੰਦੀ ਹੈ। so that's fibrocystic breast condition। so it can be, ਆਪਾਂ ਲੈ ਸਕਦੇ ਹਾਂ ਜੇ ਤੁਹਾਨੂੰ ਉੱਥੇ ਐਗਜ਼ਾਮ ਦੇ ਸਮਝ ਨਹੀਂ ਆ ਰਿਹਾ ਕਿ fibrocystic ਦਾ ਕੀ ਮਤਲਬ ਹੈ। cystic means there can be a cyst। ਸੋ ਆਪਾਂ ਨੂੰ ਧਿਆਨ 'ਚ ਰੱਖ ਸਕਦੇ ਹਾਂ, ਬਟ ਵੀ ਵਿਲ ਰੀਡ ਆਲ ਅਦਰ ਆਪਸ਼ਨਸ ਤੇ ਆਪਾਂ ਉਹਨਾਂ ਨੂੰ ਕੰਪੇਅਰ ਕਰਕੇ ਦੇਖਣਾ ਹੈ ਕਿ ਕਿਹੜਾ ਜ਼ਿਆਦਾ ਫੇਵਰੇਬਲ ਹੈ ਜੋ ਕੁਐਸਚਨ ਆਪਾਂ ਨੂੰ ਪੁੱਛ ਰਿਹਾ। ਨੈਕਸਟ ਇਜ਼ 5 year old client with hypertension and is aerobic trainer। ਸੋ ਇਹ ਤਾਂ ਕਲੀਅਰ ਕੱਟ ਆਪਸ਼ਨ ਹੈ ਕਿ ਇਹ ਆਨਸਰ ਉਹਦਾ ਨਹੀਂ ਹੋ ਸਕਦਾ, ਬਿਕਾਜ਼ ਹਾਈਪਰਟੈਂਸ਼ਨ ਹੈ ਉਹਨੂੰ, ਠੀਕ ਹੈ। ਸੋ ਜੇ ਆਪਾਂ ਨੂੰ ਕਿਹਾ ਜਾਂਦਾ ਕੁਐਸਚਨ 'ਚ ਕਿ ਜਿਹਨੂੰ ਹਾਰਟ ਡਿਜ਼ੀਜ਼ ਹੋਣ ਦੇ ਜ਼ਿਆਦਾ ਚਾਂਸਸ ਹੈ, then we can pick this the statement, but still he is aerobic trainer, ठीक है ये, but still ਉਹਨੂੰ hypertension है। so
ਸੋ ਜੇ ਉਹ ਕੁਐਸਚਨ ਆਪਾਂ ਨੂੰ ਪੁੱਛਦੇ ਕਿ ਹਾਰਟ ਡਿਜ਼ੀਜ਼ ਸਭ ਤੋਂ ਜ਼ਿਆਦਾ ਹੋਣ ਦੇ ਕਿਹਨੂੰ ਚਾਂਸਸ ਆ, then it can be an option. Last option is 62-year-old who drinks 4 to 5 glasses of alcohol daily and mother had history of liver cancer. So guys, ये statement थोड़ा ज़्यादा important significance play कर रही है, क्यों? क्योंकि वो 4 to 5 glasses of alcohol लेंदा रोज and mother ਨੂੰ ਵੀ already liver cancer ਦੀ history ਰਹੀ ਹੈ। So ਇਸ ਚੀਜ਼ ਦੇ ਨਾਲ I am pretty much concerned that ਉਹਨਾਂ ਨੇ ਕੀ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਫੇਅਰ ਚੱਲ ਰਿਹਾ, ਕੌਣ ਰਿਸਕ ਤੇ ਹੈ ਜਿਹਨੂੰ ਕੈਂਸਰ ਹੋ ਸਕਦਾ। ਸੋ ਇਹ ਬਿਲਕੁਲ ਰਿਸਕ ਤੇ ਨੇ, ਕਿਉਂਕਿ ਰੋਜ਼ 4 to 5 ਗਲਾਸਿਸ ਆਫ ਅਲਕੋਹਲ ਲੈ ਰਹੇ ਨੇ, ਪਲੱਸ ਉਹਨਾਂ ਨੂੰ ਹਿਸਟਰੀ ਹੈ ਲਿਵਰ ਕੈਂਸਰ ਦੀ। ਸੋ ਇਹ ਸਟੇਟਮੈਂਟ ਔਰ ਆਹ ਸਟੇਟਮੈਂਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ, ਕਿਉਂਕਿ ਉਹ ਆਲਰੇਡੀ ਗੁੱਡ ਡਾਈਟ ਲੈ ਰਹੇ ਨੇ ਤੇ ਹਿਸਟਰੀ ਓਵੇਰੀਅਨ ਸਿਸਟ ਦੀ ਸਿਸਟ ਆਪਣੇ ਆਪ ਵੀ ਕਈ ਵਾਰੀ ਰਿਜ਼ੋਲਵ ਹੋ ਜਾਂਦੇ ਨੇ, ਅਨਲੈਸ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਦੇ ਰਹੇ। ਸੋ ਉਹਦੇ 'ਚ ਆਪਾਂ ਮੈਡੀਕਲ ਇੰਟਰਵੈਂਸ਼ਨ ਕਰਕੇ ਉਹਨਾਂ ਨੂੰ ਰਿਮੂਵ ਕਰਵਾ ਸਕਦੇ ਹਾਂ, ਉਹਨਾਂ ਲਈ ਆਪਾਂ ਮੈਡੀਸਿਨਸ ਯੂਜ਼ ਕਰ ਸਕਦੇ ਹਾਂ। ਬਟ ਦਿਸ ਇਜ਼ ਦ ਥਿੰਗ ਵਿਚ ਦ ਕੁਐਸਚਨ ਇਜ਼ ਆਸਕਿੰਗ more about. ਸੋ ਇਹ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਧਿਆਨ ਰੱਖਣਾ ਹੈ ਕਿ ਐਕਚੁਅਲ 'ਚ ਕੁਐਸਚਨ ਕੀ ਪੁੱਛ ਰਿਹਾ। ਸੋ ਇਹ ਕੁਐਸਚਨ ਬੇਸ ਸੀਗਾ ਹੈਲਥ ਪ੍ਰਮੋਸ਼ਨ ਐਂਡ ਮੇਨਟੇਨੈਂਸ ਤੇ। ਆਈ ਹੋਪ ਕਿ ਤੁਹਾਨੂੰ ਇਹ ਥੋੜਾ ਜਿਹਾ ਆਈਡੀਓਲੋਜੀ ਲੈ ਕੇ ਆਈ, ਕਿ ਮੈਂ ਟਰਾਈ ਕਰਦੀ ਹਾਂ ਕਿ ਆਪਾਂ ਇੱਕ ਕੰਸੈਪਟ ਨੂੰ ਐਕਸਪਲੇਨ ਕਰੀਏ, ਨਾਲ ਆਪਾਂ ਦੇਖੀਏ ਕਿ ਸੈਂਪਲ ਆਈਟਮ ਕਿਸ ਤਰੀਕੇ ਦੇ ਨਾਲ ਆਉਂਦੀ ਹੈ। ਬਟ ਜਿੱਦਾਂ ਜਿੱਦਾਂ ਹੁਣ ਅੱਗੇ ਸਿਲੇਬਸ ਸਟਾਰਟ ਹੋਊਗਾ, ਤੁਹਾਡੇ ਹੋਰ ਫੈਕਟਸ ਕਲੀਅਰ ਹੋਣਗੇ, ਤੁਹਾਨੂੰ ਹੋਰ ਨੌਲੇਜ ਮਿਲੂਗੀ, and for sure ਤੁਸੀਂ NCLEX ਫਸਟ ਟਾਈਮ 'ਚ ਕਰੈਕ ਕਰ ਸਕਦੇ ਹੋ। ਸੋ ਥੈਂਕ ਯੂ ਫॉर ਵਾਚਿੰਗ ਗਾਇਜ਼। ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ। ਸੋ ਪਲੀਜ਼ ਅਪਡੇਟਡ ਰਹੋ, ਮੇਰੀਆਂ ਹੋਰ ਵੀ ਵੀਡੀਓਜ਼ ਆਉਣਗੀਆਂ, ਅੱਗੇ ਆਪਾਂ ਹੋਰ ਵੀ ਟੌਪਿਕਸ ਕਵਰ ਕਰਾਂਗੇ। ਥੈਂਕ ਯੂ।